ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ, ਜਿਸ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ। ਅਮਰੀਕਾ ਤੇ ਭਾਰਤ ਦੇ ਦੋਸਤਾਨਾ ਸੰਬੰਧ ਦੀ ਗੱਲ ਕਰਾਂ ਤੇ ਇਹ ਬਹੁਤ ਹੀ ਵਧੀਆ ਸੀਗਾ। ਦੋਨਾਂ ਵਿੱਚ ਕਾਫੀ ਗਹਿਰੀ ਦੋਸਤੀ ਸੀਗੀ ਔਰ ਇੰਜ ਲੱਗਦਾ ਸੀ ਕਿ ਸ਼ਾਇਦ ਕਦੀ ਦੋਸਤੀ ਨਹੀਂ ਟੁੱਟੇਗੀ। ਫਿਲਹਾਲ ਇਹ ਦੋਸਤੀ ਹਲੇ ਵੀ नहीं टूटी है, पर शायद किते ना किते इन्हां दोनों रिश्तिਆਂ ਵਿੱਚ ਖਟਾਸ ਆ ਚੁੱਕੀ ਹੈ। ਇਸ ਖਟਾਸ ਦੇ ਪਿੱਛੇ ਬਹੁਤ ਸਾਰੇ ਰੀਜ਼ਨ ਹਨ ਔਰ ਇਹ ਰੀਜ਼ਨ ਕਾਫੀ ਜ਼ਿਆਦਾ ਮਤਲਬ ਸੁਰਖੀਆਂ ਦੇ ਵਿੱਚ ਵੀ ਨੇ ਔਰ ਹਰ ਕੋਈ ਇਸ ਨੂੰ ਜਾਣਦਾ ਵੀ ਹੈ। ਗੱਲ ਮੈਂ ਇੱਥੇ ਕਰਾਂ ਇਮੀਗ੍ਰੇਸ਼ਨ ਨੂੰ ਲੈ ਕੇ। ਹੁਣ ਬਾਰ-ਬਾਰ ਜਿਹੜੇ ਨਿਯਮ ਬਦਲੇ ਜਾ ਰਹੇ ਨੇ, ਇਸ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਭਾਰਤੀਆਂ ਨੂੰ ਪੈ ਰਿਹਾ ਕਿ ਟਰੰਪ ਇਹ ਨਿਯਮ ਜਾਣਬੁੱਝ ਕੇ ਬਦਲ ਰਹੇ ਨੇ। ਫਿਲਹਾਲ ਟਰੰਪ ਨੇ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਪਹਿਲਾਂ ਤੋਂ ਹੀ ਤਰਜੀਹ ਦਿੱਤੀ ਹੈ। ਆਪਣੇ ਦੂਸਰੇ ਕਾਰਜਕਾਲ ਦੌਰਾਨ ਵੀ ਡੋਨਾਲਡ ਟਰੰਪ ਚਾਹੁੰਦੇ ਸੀ ਕਿ ਉਹਨਾਂ ਦੇ ਦੇਸ਼ ਤੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਬਾਹਰ ਨਿਕਲ ਜਾਣ, ਪਰ ਹੁਣ ਉਹਨਾਂ ਦਾ ਕੀ ਜੋ ਵੀਜ਼ਾ ਦੇ ਥਰੂ ਉੱਥੇ ਪਹੁੰਚੇ ਨੇ, ਜਿਵੇਂ ਕਿ ਗ੍ਰੀਨ ਕਾਰਡ ਹੋਲਡਰਸ, H1B ਵੀਜ਼ਾ ਧਾਰਕ ਹੋ ਗਏ ਜਾਂ ਫਿਰ ਸਟੂਡੈਂਟ ਵੀਜ਼ਾ ਵਾਲੇ ਹੋ ਗਏ, ਹੁਣ ਉਹਨਾਂ ਦੇ ਉੱਪਰ ਵੀ ਗਾਜ਼ ਡਿੱਗੀ ਹੈ। ਇਸ ਤੋਂ ਇਲਾਵਾ ਲਗਾਤਾਰ ਇਹ ਨਿਯਮ ਬਦਲਦੇ ਜਾ ਰਹੇ ਨੇ, ਜਿਸ ਕਰਕੇ ਭਾਰਤੀਆਂ ਦੇ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਭਾਰਤੀਆਂ ਦੇ ਪ੍ਰਭਾਵ ਹਮੇਸ਼ਾ ਮੈਂ ਇਸ ਕਰਕੇ ਕਹਿੰਦੀ ਹਾਂ ਕਿਉਂਕਿ ਭਾਰਤੀਆਂ ਦੀ ਗਿਣਤੀ ਜਿਹੜੀ ਹੈ ਬਹੁਤ ਜ਼ਿਆਦਾ ਹੈ, ਖਾਸ ਤੌਰ ਤੇ H1B ਵੀਜ਼ਾ ਨੂੰ ਲੈ ਕੇ, ਜੋ ਕਿ 75% ਨੇ। ਔਰ ਸਟੂਡੈਂਟ ਵੀਜ਼ਾ ਦੀ ਗੱਲ ਕਰਾਂ ਤੇ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਇਸ ਸਮੇਂ ਅਮਰੀਕਾ ਦੇ ਵਿੱਚ ਸਟੱਡੀ ਕਰ ਰਹੇ ਨੇ ਔਰ ਇਹ ਚੀਨ ਨੂੰ ਪਛਾੜ ਕੇ ਭਾਰਤ ਪਹਿਲੇ ਨੰਬਰ ਤੇ ਪਹੁੰਚ ਚੁੱਕਿਆ ਹੈ ਅਮਰੀਕਾ ਦੇ ਲਈ। ਪਰ ਜਿਸ ਤਰੀਕੇ ਨਾਲ ਨਿਯਮ ਬਦਲ ਰਹੇ ਨੇ, ਹਾਲਾਤ ਸਖਤ ਹੁੰਦੇ ਜਾ ਰਹੇ ਨੇ ਔਰ ਇਸ ਇਮੀਗ੍ਰੇਸ਼ਨ ਦੀ ਸਖਤੀ ਕਰਕੇ ਹੁਣ ਜਿਹੜਾ ਇਹ ਜਿਹੜੀ ਗਿਣਤੀ ਹੈ ਨਾ ਘਟ ਵੀ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ। ਫਿਲਹਾਲ ਹਾਲੇ ਜੋ ਉੱਥੇ ਮੌਜੂਦ ਪ੍ਰਵਾਸੀ ਨੇ, ਜੋ ਕਿਸੇ ਨਾ ਕਿਸੇ ਵੀਜ਼ਾ ਥਰੂ ਉੱਥੇ ਪਹੁੰਚੇ ਹੋਏ ਨੇ ਜਾਂ ਕੰਮ ਕਰ ਰਹੇ ਨੇ ਜਾਂ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਨੇ ਜਾਂ H1B ਵੀਜ਼ਾ ਧਾਰਕ ਨੇ, ਉਹਨਾਂ ਦੇ ਉੱਤੇ ਕਿਸੇ ਨਾ ਤਰੀਕੇ ਨਾਲ ਗਾਜ਼ ਡਿੱਗ ਸਕਦੀ ਹੈ। ਤੁਹਾਨੂੰ ਦੱਸਦਾ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਬਿੱਲ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਨਵਾਂ ਨਿਯਮ ਹੋਰ ਲਾਗੂ ਕਰ ਦਿੱਤਾ ਗਿਆ। ਸੋ ਅਜਿਹੇ ਦੇ ਵਿੱਚ ਅਮਰੀਕਾ ਨੇ ਨੌਨ ਇਮੀਗ੍ਰੈਂਟ ਵੀਜ਼ਾ ਯਾਨੀ ਕਿ NIV ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਸਾਰੇ ਬਿਨੇਕਾਰਾਂ ਨੂੰ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਸਥਾਨ ਤੇ ਹੀ ਦੇਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਲਈ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਵਿੱਚ ਜਾ ਕੇ B1 ਯਾਨੀ ਕਿ ਬਿਜ਼ਨਸ ਜਾਂ B2 ਜਾਂ ਟੂਰਿਸਟ ਵੀਜ਼ਾ ਦਾ ਇੰਟਰਵਿਊ ਨਹੀਂ ਦੇ ਸਕਣਗੇ। ਸੋ ਕੋਵਿਡ-19 ਦੀ ਗੱਲ ਕਰਾਂ ਤੇ ਇਸ ਮਹਾਮਾਰੀ ਦੇ ਦੌਰਾਨ ਵੀ ਭਾਰਤ ਵਿੱਚ ਵੀਜ਼ਾ ਇੰਟਰਵਿਊ ਦਾ ਇੰਤਜ਼ਾਰ ਬਹੁਤ ਲੰਬਾ ਸੀ ਔਰ ਇਸ ਲਈ ਲੰਮਾ ਇੰਤਜ਼ਾਰ ਕਰਦੇ ਕਰਦੇ ਕਾਫੀ ਦੇਰ ਬਾਅਦ ਜਿਹੜਾ ਵੀਜ਼ੇ ਉਪਲਬਧ ਹੋਏ, ਅਪਲਾਈ ਕੀਤੇ ਗਏ ਜਾਂ ਫਿਰ ਵੀਜ਼ੇ ਮਿਲੇ। ਕਈ ਵਾਰ ਤਾਂ 3 ਸਾਲ ਤੱਕ ਦਾ ਇੰਤਜ਼ਾਰ ਵੀ ਕਰਨਾ ਪਿਆ ਇਸ ਸਮੇਂ 'ਚ। ਸੋ ਉਸ ਸਮੇਂ ਵੱਡੀ ਸੰਖਿਆ ਵਿੱਚ ਭਾਰਤੀ ਆਵੇਦਕ ਵਿਦੇਸ਼ ਜਾ ਕੇ ਇੰਟਰਵਿਊ ਦਿੰਦੇ ਸਨ। ਟਰੈਵਲ ਏਜੰਟਾਂ ਦੇ ਅਨੁਸਾਰ ਲੋਕ ਬੈਂਕਾਕ, ਸਿੰਗਾਪੁਰ, ਇੱਥੋਂ ਤੱਕ ਕਿ ਬ੍ਰਾਜ਼ੀਲ ਅਤੇ ਥਾਈਲੈਂਡ ਦੇ ਚਿਆਂਗ ਮਾਈ ਵੀ ਗਏ ਹੋਏ ਸਨ। ਇੰਟਰਵਿਊ ਦੇ ਕੇ ਅਤੇ ਪਾਸਪੋਰਟ ਵਾਪਸ ਮਿਲਦੇ ਹੀ ਉਹ ਭਾਰਤ ਵਾਪਸ ਆ ਜਾਂਦੇ ਸੀ। ਇਹ ਬਦਲਾਅ ਜੋ ਹੈ ਟੂਰਿਸਟ, ਬਿਜ਼ਨਸ, ਸਟੂਡੈਂਟ, ਅਸਥਾਈ ਵਰਕਰ ਅਤੇ ਉਹਨਾਂ ਲੋਕਾਂ ਤੇ ਲਾਗੂ ਹੋਵੇਗਾ ਜੋ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਨ ਲਈ ਵੀਜ਼ਾ ਲੈਂਦੇ ਹਨ। ਭਾਰਤ ਵਿੱਚ ਮੌਜੂਦਾ ਵੀਜ਼ਾ ਇੰਟਰਵਿਊ ਜੋ ਵੇਟ ਟਾਈਮ ਹੈ ਉਹ ਕਾਫੀ ਜ਼ਿਆਦਾ ਲੰਬਾ ਹੋ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ ਭਾਰਤ ਵਿੱਚ NIV ਇੰਟਰਵਿਊ ਲਈ ਇਸ ਸਮੇਂ ਇੰਤਜ਼ਾਰ ਹੈ, ਜਿਵੇਂ ਹੈਦਰਾਬਾਦ ਅਤੇ ਮੁੰਬਈ ਦਾ ਜੋ ਇੰਤਜ਼ਾਰ ਕਰਨਾ ਪਏਗਾ ਉਹ 3.5 ਮਹੀਨੇ, ਉਸ ਪਰ ਦਿੱਲੀ 4.5 ਮਹੀਨੇ, ਕੋਲਕਾਤਾ 5 ਮਹੀਨੇ ਇੰਤਜ਼ਾਰ ਹੈ, ਚੇਨਈ 9 ਮਹੀਨੇ। ਸੋ ਡੋਨਾਲਡ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਵੀਜ਼ਾ ਨਿਯਮ ਲਗਾਤਾਰ ਕੜੇ ਕੀਤੇ ਜਾ ਰਹੇ ਹਨ। 2 ਸਤੰਬਰ ਤੋਂ ਨਵਾਂ ਨਿਯਮ ਲਾਗੂ ਹੋਇਆ ਹੈ ਕਿ ਹੁਣ ਸਾਰੇ NIV ਆਵੇਦਕਾਂ ਨੂੰ ਉਮਰ ਦੀ ਪਰਵਾਹ ਨਾ ਕਰਦੇ ਹੋਏ 14 ਸਾਲ ਤੋਂ ਘੱਟ ਅਤੇ 79 ਸਾਲ ਤੋਂ ਵੱਧ ਸਮੇਤ ਆਮ ਤੌਰ ਤੇ ਸਿੱਧਾ ਕਾਉਂਸਲਰ ਇੰਟਰਵਿਊ ਦੇਣਾ ਹੋਵੇਗਾ ਔਰ ਇਹ ਇੰਟਰਵਿਊ ਹਰ ਕਿਸੇ ਲਈ ਲਾਜ਼ਮੀ ਕਰ ਦਿੱਤਾ ਗਿਆ। ਕੁਝ ਛੋਟ ਅਜੇ ਵੀ ਮੌਜੂਦ ਹਨ। ਜਿਨ੍ਹਾਂ ਲੋਕਾਂ ਦਾ ਪਹਿਲਾਂ ਜਾਰੀ, ਜਿਵੇਂ ਕਿ B1, B2 ਪਹਿਲਾਂ ਤੋਂ ਜਾਰੀ ਹੈ, ਇਹ ਵੀਜ਼ਾ ਪਿਛਲੇ 12 ਮਹੀਨਿਆਂ ਵਿੱਚ ਖਤਮ ਹੋਇਆ ਅਤੇ ਜਿਨ੍ਹਾਂ ਦੀ ਉਮਰ ਉਸ ਸਮੇਂ 18 ਸਾਲ ਜਾਂ ਉਸ ਤੋਂ ਵੱਧ ਸੀ, ਉਹਨਾਂ ਨੂੰ ਕੁਝ ਮਾਮਲਿਆਂ ਵਿੱਚ ਇੰਟਰਵਿਊ ਤੇ ਛੋਟ ਮਿਲ ਸਕਦੀ ਹੈ, ਪਰ ਬਾਕੀਆਂ ਨੂੰ ਹਲੇ ਕੋਈ ਛੋਟ ਇਸ ਵਿੱਚ ਨਹੀਂ ਮਿਲ ਸਕਦੀ। ਸੋ ਇਹ ਕਹਾਣੀ ਇੱਥੇ ਨਹੀਂ ਮੁੱਕਦੀ। ਇਸ ਦੇ ਨਾਲ ਹੀ H1B ਵੀਜ਼ਾ ਧਾਰਕਾਂ ਦੇ ਵੀਜ਼ੇ ਰੱਦ ਹੋ ਸਕਦੇ ਨੇ। ਉਸ ਪਿੱਛੇ ਦੇ ਕਾਰਨ ਵੀ ਸਪਸ਼ਟ ਕਰ ਦਿੱਤੇ ਗਏ ਨੇ। ਡੋਨਾਲਡ ਟਰੰਪ ਬਾਰ-ਬਾਰ H1B ਵੀਜ਼ਾ ਨੂੰ ਲੈ ਕੇ ਹੁਣ ਬਿਆਨ ਦੇ ਰਹੇ ਨੇ। ਇਹ ਉਹੀ ਡੋਨਾਲਡ ਟਰੰਪ ਨੇ ਜਿਨ੍ਹਾਂ ਨੇ ਪਿੱਛੇ ਇਸ ਦਾ ਸਮਰਥਨ ਕੀਤਾ ਸੀ ਜਦੋਂ ਐਲਨ ਮਸਕ ਨੇ ਇਸ ਦਾ ਸਮਰਥਨ ਕੀਤਾ ਸੀ। ਸੋ ਡੋਨਾਲਡ ਟਰੰਪ ਪਹਿਲਾਂ ਦਾ H1B ਵੀਜ਼ਾ ਦਾ ਸਮਰਥਨ ਨਹੀਂ ਕਰ ਰਹੇ ਸੀ।
ਦੈਨ ਡੋਨਲਡ ਟਰੰਪ ਨੇ ਇਸ ਵੀਜ਼ੇ ਦਾ ਸਮਰਥਨ ਕੀਤਾ। ਹੁਣ ਫਿਰ ਉਹ ਸਮਾਂ ਹੈ ਕਿ ਡੋਨਲਡ ਟਰੰਪ ਦੀ ਦੋਸਤੀ ਐਲਨ ਮਸਕ ਨਾਲ ਤਾਂ ਟੁੱਟੀ ਹੀ ਹੈ, ਇਸ ਦੇ ਨਾਲ H1B ਵੀਜ਼ਾ ਨੂੰ ਲੈ ਕੇ ਉਹਨਾਂ ਦੇ ਵਿਚਾਰ ਵੀ ਬਦਲ ਗਏ। ਉਹਨਾਂ ਨੇ H1B ਵੀਜ਼ਾ ਧਾਰਕਾਂ ਨੂੰ ਉੱਤੇ ਹੁਣ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਨੂੰ ਲੈ ਕੇ ਬਾਰ-ਬਾਰ ਆਪਣਾ ਬਿਆਨ ਦੇ ਰਹੇ ਨੇ। ਇਸ ਗੱਲ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਡੋਨਲਡ ਟਰੰਪ ਹੁਣ H1B ਵੀਜ਼ਾ ਲਈ ਬਿਲਕੁਲ ਵੀ ਸਮਰਥਨ ਨਹੀਂ ਦੇ ਰਹੇ ਨੇ। ਸੋ ਤੁਹਾਨੂੰ ਇਹ ਦੱਸਾਂ ਕਿ H1B ਵੀਜ਼ਾ ਤੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਗਵਾਉਣ ਤੋਂ ਬਾਅਦ ਦੇਸ਼ ਨਿਕਾਲੇ ਦੇ ਨੋਟਿਸ ਮਿਲ ਰਹੇ ਹਨ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਵੱਲੋਂ ਨੋਟਿਸ ਟੂ ਅਪੀਅਰ ਉਦੋਂ ਭੇਜਿਆ ਜਾ ਰਿਹਾ ਹੈ ਜਦੋਂ 60 ਦਿਨਾਂ ਦੇ ਗ੍ਰੇਸ ਪੀਰੀਅਡ ਦੇ ਅੰਦਰ ਹੋਵੇ। ਸੋ ਜਿੰਨਾ ਚਿਰ ਗ੍ਰੇਸ ਪੀਰੀਅਡ ਹੈ ਉਦੋਂ ਤੱਕ H1B ਵੀਜ਼ਾ ਧਾਰਕ ਨੌਕਰੀ ਗਵਾਉਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿ ਸਕਦੇ ਨੇ, ਯਾਨੀ 60 ਦਿਨਾਂ ਲਈ ਦੇਸ਼ ਵਿੱਚ ਰਹਿ ਸਕਦੇ ਨੇ। ਸੋ ਇਸੇ ਦੇ ਨਾਲ ਹੀ ਮੈਂ ਗੱਲ ਕਰ ਲੈਂਦੀ ਹਾਂ ਗ੍ਰੀਨ ਕਾਰਡ ਧਾਰਕਾਂ ਦੀ। ਜਿੱਥੇ H1B ਵੀਜ਼ਾ ਧਾਰਕਾਂ ਲਈ ਖਤਰਾ ਹੈ, ਉੱਥੇ ਗ੍ਰੀਨ ਕਾਰਡ ਧਾਰਕਾਂ ਲਈ ਵੀ ਕਿਤੇ ਨਾ ਕਿਤੇ ਸੰਕਟ ਜਿਹੜਾ ਪੈਦਾ ਹੋ ਰਿਹਾ ਹੈ। ਇਸ ਸਮੇਂ ਅਮਰੀਕਾ ਵਿੱਚ ਬਹੁਤ ਸਾਰੇ ਗ੍ਰੀਨ ਕਾਰਡ ਧਾਰਕ ਰਹਿੰਦੇ ਹਨ, ਪਰ ਹੁਣ ਉਹਨਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਅਗਰ ਉਹਨਾਂ ਨੇ ਛੋਟੀ-ਮੋਟੀ ਕੋਈ ਵੀ ਗਲਤੀ ਕੀਤੀ ਤੇ ਇਹ ਉਹਨਾਂ ਨੂੰ ਦੇਸ਼ ਨਿਕਾਲਾ ਦੇ ਸਕਦੀ ਹੈ, ਜਾਂ ਉਹਨਾਂ ਨੂੰ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਉਹਨਾਂ ਦਾ ਕਾਰਡ ਯਾਨੀ ਗ੍ਰੀਨ ਕਾਰਡ ਰੱਦ ਹੋ ਸਕਦਾ ਹੈ। ਇਟਸ ਮੀਨ ਕਿ ਉਹ ਅਮਰੀਕਾ ਵਿੱਚ ਨਹੀਂ ਰਹਿ ਸਕਣਗੇ। ਸੋ ਗ੍ਰੀਨ ਕਾਰਡ ਹਾਸਲ ਕਰਨ ਦਾ ਸੁਪਨਾ ਬਹੁਤ ਸਾਰੇ ਲੋਕਾਂ ਦਾ ਹੁੰਦਾ ਹੈ। ਬਹੁਤ ਸਾਰੇ ਪ੍ਰਵਾਸੀ ਜੋ ਅਮਰੀਕਾ ਵਿੱਚ ਮੌਜੂਦ ਨੇ, ਉਹਨਾਂ ਦਾ ਇਹ ਸੁਪਨਾ ਹੁੰਦਾ ਕਿ ਗ੍ਰੀਨ ਕਾਰਡ ਹਾਸਲ ਕਰਨ, ਪਰ ਇਸ ਵੇਲੇ ਅਮਰੀਕਾ ਵਿੱਚ ਗ੍ਰੀਨ ਕਾਰਡ ਹਾਸਲ ਕਰਨਾ ਇੱਕ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਹੋ ਚੁੱਕਿਆ ਹੈ। यानी कि अगर तुम सोचो ग्रीन कार्ड मिल जाए तो ऐसा तो बिल्कुल नहीं होएगा। इस बदले डोनल्ड ट्रंप ने अपना ट्रंप कार्ड जारी किया होया और गोल्डन कार्ड जारी किया जिस दे थ्रू तुसी अमेरिका विच ग्रीन कार्ड लै सकते हो। पर यह कार्ड आम जनता वास्ते कित्थे? ये कार्ड है उन्हां अमीर लोगों वास्ते जो अमेरिका विच निवेश कर सकते हैं, यानी कुछ शर्तों के नाल तुहानू गोल्डन कार्ड मिल सकता है और कुछ शर्तों के नाल तुहानू ग्रीन कार्ड मिल सकता है और तुसी आराम दे नाल गोल्डन कार्ड हासिल करके अमेरिका विच रह सकते हो, इत्थे अपना बिजनेस शुरू कर सकते हो और बिजनेस शुरू करने तो बाद तुसी एक चंगी तरीके दे नाल निवेश जिहड़ा अमेरिका विच कर सकते हो। सो ये अमेरिका की पॉलिसी है कि अगर तुसी अमेरिका विच रहना है तो गोल्डन कार्ड उपलब्ध है, जो कि आई थिंक 55 बिलियन के करीब है कुछ और मिलियन के करीब शायद है, और इस विच तुहानू जिहड़ा है कार्ड खरीद के ही अमेरिका विच आउण दी आग्या होएगी। इस तो पहला जो ग्रीन कार्ड धारक है उन्हां दी मैं गल कर लवां जो इस समय अमेरिका विच मौजूद ने, उन्हां दे उत्ते किस तरीके दा संकट है। तुहानू दस्सां कि बहुत सारे विदेशी जिन्हां विच अमेरिका विच कई ग्रीन कार्ड धारक भी शामिल ने, उन्हां नू प्रभाव अधीन गड्डी चलाउण अपराध दे दोषी ठहराए जाण तो देश निकाला मिलण दा खतरा है। भाव ये कि अगर कोई ग्रीन कार्ड धारक नशा करके यानी कि किसी नशे की हालत विच पाया जाता है और गड्डी चलाउंदा भी पाया जाता है तो उसनू देश निकाला मिल सकता है। अमरीकी प्रतिनिधि सभा ने एक बिल पास किया है जो नशे की हालत विच गड्डी चलाउण यानी DUI दे दोषी गैर कानूनी प्रवासी नू तुरंत देश निकाला देने की आग्या देवेगा। ग्रीन कार्ड धारकों समेत DUI दे दोषी विदेशी भावें उन्हां नू एक कुकर्म वजों श्रेणीबद्ध किया गया होवे, उसनू हिरासत और देश निकाले का सामना करना पै सकता है। सो ये सिर्फ और सिर्फ ग्रीन कार्ड धारकों वास्ते तो नहीं है, इसका मतलब है कि हर किसी उस विदेशी लिए है जो अमेरिका विच मौजूद है। फिलहाल इत्थे एक गल क्लीयर हो रही है कि भाव कि वह ग्रीन कार्ड धारक भी होएगा तो उसनू भी देश निकाला मिल सकता है। ग्रीन कार्ड धारक अमेरिका के कानूनी स्थाई निवासी हैं ਅਤੇ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਹੈ। ਲਗਭਗ 13 ਮਿਲੀਅਨ ਗ੍ਰੀਨ ਕਾਰਡ ਧਾਰਕ ਜਿਹੜੇ ਨੇ ਅਮਰੀਕਾ ਵਿੱਚ ਹਨ, ਜਿਨ੍ਹਾਂ ਵਿੱਚੋਂ 9 ਮਿਲੀਅਨ ਨਾਗਰਿਕ ਬਣਨ ਦੇ ਯੋਗ ਹਨ। ਇਹ ਬਿੱਲ ਕਹਿੰਦਾ ਹੈ ਕਿ ਕੋਈ ਵੀ ਵਿਦੇਸ਼ੀ ਜਿਸ ਨੂੰ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ, ਉਸ ਨੂੰ ਦੇਸ਼ ਨਿਕਾਲਾ ਮਿਲੇਗਾ, ਕਿਉਂਕਿ ਇਹ ਸ਼ਬਦ ਉਸ ਅਧਿਕਾਰ ਖੇਤਰ ਦੇ ਕਾਨੂੰਨ ਅਧੀਨ ਪਰਿਭਾਸ਼ਿਤ ਕੀਤੇ ਗਏ ਹਨ ਜਿੱਥੇ ਸਜ਼ਾ ਹੋਈ ਹੈ, ਜਿਸ ਵਿੱਚ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਦੇ ਹੇਠ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ ਸ਼ਾਮਲ ਹਨ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਸਜ਼ਾ ਨੂੰ ਸੰਘੀ, ਰਾਜ ਜਾਂ ਸਥਾਨਕ ਕਾਨੂੰਨ ਦੇ ਤਹਿਤ ਇੱਕ ਅਪਰਾਧ ਜਾਂ ਕਿ ਕੋਰ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਗਿਆ, ਦੇਸ਼ ਨਿਕਾਲਾ ਦੇਣ ਯੋਗ ਹੈ। ਇਸ ਤੋਂ ਇਲਾਵਾ ਬਿੱਲ ਦੇ ਦੋ ਪਹਿਲੂ ਹਨ। ਪਹਿਲਾ ਇਹ ਕਿ DUI ਦੇ ਦੋਸ਼ੀ ਵਿਦੇਸ਼ੀਆਂ ਨੂੰ ਅਮਰੀਕਾ ਵਿੱਚ ਦਾਖਲਾ ਨਾ ਦੇਣਾ ਅਤੇ DUI ਦੇ ਦੋਸ਼ੀ ਅਜਿਹੇ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣਾ। ਇਹ ਪ੍ਰਭਾਵ ਅਧੀਨ ਗੱਡੀ ਚਲਾਉਣ ਦੇ ਦੋਸ਼ਾਂ ਵਾਲੇ ਵਿਦੇਸ਼ੀਆਂ ਲਈ ਹਟਾਉਣ ਯੋਗਤਾ ਦੇ ਇੱਕ ਨਵੇਂ ਆਧਾਰ ਨੂੰ ਕੋਡਬੱਧ ਕਰਦਾ ਹੈ। ਵਰਤਮਾਨ ਦੇ ਵਿੱਚ ਕਿਉਂਕਿ DUI ਨਾਲ ਸੰਬੰਧਿਤ ਨਾ ਤਾਂ ਕੋਈ ਅਯੋਗਤਾ ਦਾ ਆਧਾਰ ਹੈ ਅਤੇ ਨਾ ਹੀ ਹਟਾਉਣ ਯੋਗਤਾ ਦਾ ਆਧਾਰ ਹੈ,
ਅਪਰਾਧੀ ਵਿਦੇਸ਼ੀ ਆਪਣੀਆਂ ਲਾਪਰਵਾਹੀ ਵਾਲੀਆਂ ਕਾਰਵਾਈਆਂ ਲਈ ਜਵਾਬਦੇਹੀ ਤੋਂ ਬਚ ਸਕਦੇ ਹਨ, ਦੁਬਾਰਾ ਅਪਰਾਧ ਕਰਨ ਅਤੇ ਭਾਈਚਾਰੇ ਨੂੰ ਖਤਰੇ ਵਿੱਚ ਪਾਉਣ ਦੇ ਲਈ ਸੁਤੰਤਰ ਹੁੰਦੇ ਹਨ। ਪ੍ਰਭਾਵ ਅਧੀਨ ਗੱਡੀ ਚਲਾਉਣਾ ਸ਼ਬਦ ਵਿੱਚ ਸਾਰੇ ਰਾਜ ਅਤੇ ਸੰਘੀ ਕਮਜ਼ੋਰ ਡਰਾਈਵਿੰਗ ਅਪਰਾਧ ਸ਼ਾਮਲ ਹਨ, ਜਿਸ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ, ਪ੍ਰਭਾਵ ਅਧੀਨ ਗੱਡੀ ਚਲਾਉਣਾ ਅਤੇ ਹੋਰ ਅਪਰਾਧ ਵੀ ਸ਼ਾਮਲ ਹਨ, ਜੋ ਕਿਸੇ ਵਿਅਕਤੀ ਲਈ ਕਮਜ਼ੋਰੀ ਦੌਰਾਨ ਮੋਟਰ ਵਾਹਨ ਚਲਾਉਣਾ ਗੈਰ ਕਾਨੂੰਨੀ ਬਣਾਉਂਦੇ ਹਨ। ਯਾਨੀ ਕਿ ਤੁਹਾਨੂੰ ਕੋਈ ਤਕਲੀਫ ਹੈ ਜਾਂ ਤੁਸੀਂ ਨਸ਼ੇ ਦੀ ਹਾਲਤ ਵਿੱਚ ਹੋ, ਇਸ ਹਾਲਤ ਵਿੱਚ ਤੁਸੀਂ ਗੱਡੀ ਚਲਾ ਰਹੇ ਹੋ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੈਰ ਕਾਨੂੰਨੀ ਮੰਨਿਆ ਜਾਏਗਾ, ਜੋ ਤੁਹਾਨੂੰ ਦੇਸ਼ ਨਿਕਾਲਾ ਦੇ ਸਕਦਾ ਹੈ। ਇਸ ਤੋਂ ਇਲਾਵਾ ਲਾਪਰਵਾਹੀ ਨਾਲ ਗੱਡੀ ਚਲਾਉਣਾ, ਜਿਨ੍ਹਾਂ ਲਈ ਕਮਜ਼ੋਰੀ ਦੇ ਸਬੂਤ ਦੀ ਲੋੜ ਨਹੀਂ ਹੁੰਦੀ। ਸੋ ਇਹ ਸਭ ਜਿਹੜੀ ਚੀਜ਼ਾਂ ਨੇ ਇਹ ਤੁਹਾਡੇ ਲਈ ਖਤਰਾ ਬਣ ਸਕਦੀਆਂ ਨੇ। ਅਗਰ ਤੁਸੀਂ ਗ੍ਰੀਨ ਕਾਰਡ ਧਾਰਕ ਹੋ ਜਾਂ ਅਮਰੀਕਾ ਵਿੱਚ ਕਿਸੇ ਵੀ ਵੀਜ਼ਾ ਥਰੂ ਰਹਿ ਰਹੇ ਹੋ ਤੇ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਏਗਾ। ਅਮਰੀਕਾ ਦੇ ਨਿਯਮਾਂ ਨੂੰ ਫੋਲੋ ਕਰਨਾ ਪਏਗਾ ਔਰ ਉਹਨਾਂ ਦੇ ਨਿਯਮ ਦੇ ਅਨੁਸਾਰ ਚੱਲਣਾ ਪਏਗਾ। ਅਗਰ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਮੌਜੂਦ ਹੋ ਤੇ ਤੁਹਾਨੂੰ ਕਿਸੇ ਨਾ ਕਿਸੇ ਦਿਨ ਹਿਰਾਸਤ ਵਿੱਚ ਜ਼ਰੂਰ ਲੈ ਲਿਆ ਜਾਏਗਾ। ਸੋ ਇਸ ਸਮੇਂ ਹਰ ਜਗ੍ਹਾ ਛਾਪੇਮਾਰੀ ਵੀ ਹੋ ਰਹੀ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਨੂੰ ਲੈ ਕੇ ਕਾਫੀ ਸਖਤ ਨੇ। ਉਹਨਾਂ ਨੇ ਕਾਫੀ ਆਪਣੀ ਟੀਮ ਵੀ ਬਣਾ ਲਈ ਹੈ, ਇਵਨ ਕਿ ਉਹਨਾਂ ਨੇ ਆਪਣੀ ਫੌਜ ਵੀ ਤੈਨਾਤ ਕਰ ਦਿੱਤੀ ਹੈ, ਜੋ ਇਸ ਸਭ ਲਈ ਛਾਪੇਮਾਰੀ ਕਰਨ ਨੂੰ ਬਿਲਕੁਲ ਤਿਆਰ ਹੈ। ਸੋ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਿਕਾਗੋ ਵਿੱਚ, ਜਿਵੇਂ ਮੈਂ ਕਿਹਾ, ਕਿ ਆਪਣੀ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਸੰਘੀ ਏਜੰਟ ਨੇ ਡੈਮੋਕ੍ਰੈਟਿਕ ਸ਼ਾਸਨ ਵਾਲੇ ਸ਼ਹਿਰਾਂ ਵਿੱਚ ਅਪਰਾਧ ਵਿਰੁੱਧ ਮੁਹਿੰਮ ਨੂੰ ਵਾਈਟ ਹਾਊਸ ਦੇ ਨਾਮ ਤੇ ਲਾਗੂ ਕਰਨ ਨੂੰ ਤੇਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਸ਼ਿਕਾਗੋ ਅਤੇ ਪੂਰੇ ਇਲੀਨੋਇਸ ਵਿੱਚ ਅਪਰਾਧਿਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਮਿਡਵੇ ਬਲਿਟਸ ਸ਼ੁਰੂ ਹੋ ਗਿਆ ਹੈ। ਇਸ ਆਪਰੇਸ਼ਨ ਦੇ ਥਰੂ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਮੌਜੂਦ ਨੇ, ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਏਗਾ ਅਤੇ ਉਹਨਾਂ ਨੂੰ ਖੁੱਲੀ ਛੂਟ ਹੈ। ਇਸ ਲਈ DHS ਨੇ ਇਲੀਨੋਇਸ ਦੇ ਗਵਰਨਰ JB ਪਿਟਸਕਰ, ਜੋ ਕਿ ਇੱਕ ਡੈਮੋਕ੍ਰੈਟਿਕ ਅਤੇ 2028 ਦੇ ਸੰਭਾਵਿਤ ਰਾਸ਼ਟਰਪਤੀ ਉਮੀਦਵਾਰ ਹਨ, ਉਹਨਾਂ ਨੂੰ ਸੈਂਚੁਰੀ ਨੀਤੀਆਂ ਦਾ ਸਮਰਥਨ ਕਰਨ ਲਈ ਦੋਸ਼ੀ ਠਹਿਰਾਇਆ, ਜਿਨ੍ਹਾਂ ਬਾਰੇ ਇਹ ਕਿਹਾ ਗਿਆ ਸੀ ਕਿ ਅਪਰਾਧੀਆਂ ਦੀ ਰੱਖਿਆ ਕੀਤੀ ਜਾਂਦੀ ਹੈ। ਇਹ ਕਾਰਵਾਈ ਵਾਈਟ ਹਾਊਸ ਅਤੇ ਡੈਮੋਕ੍ਰੈਟਿਕ ਨੇਤਾਵਾਂ ਦੇ ਵਿਚਕਾਰ ਵੱਧ ਰਹੇ ਤਣਾਅ ਨੂੰ ਹੋਰ ਉਜਾਗਰ ਕਰਦੀ ਹੈ, ਜੋ ਟਰੰਪ ਦੇ ਸਾਮੂਹਿਕ ਦੇਸ਼ ਨਿਕਾਲੇ ਦੇ ਦਬਾਅ ਦਾ ਵਿਰੋਧ ਕਰਦੇ ਹਨ, ਕਿਉਂਕਿ ਡੈਮੋਕ੍ਰੇਟਸ ਲਗਾਤਾਰ ਇਸ ਦਾ ਵਿਰੋਧ ਕਰਦੇ ਜਾ ਰਹੇ ਨੇ, ਪਰ ਰਿਪਬਲਿਕਨ ਸਮਰਥਨ ਜਿਹੜੇ ਨੇ ਉਹ ਲਗਾਤਾਰ ਇਸ ਦੇ ਹੱਕ ਵਿੱਚ ਹਨ। ਪਿਟਸਕਰ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਟਰੰਪ ਸ਼ਿਕਾਗੋ ਵਿੱਚ ਡਰ ਪੈਦਾ ਕਰ ਰਹੇ ਹਨ ਅਤੇ ਇਸ ਡਰ ਕਰਕੇ ਲੋਕਾਂ ਦੇ ਵਿੱਚ ਅਸ਼ਾਂਤੀ ਪੈਦਾ ਹੋ ਰਹੀ ਹੈ। ਇੱਕ ਵਾਰ ਫਿਰ ਇਹ ਅਪਰਾਧ ਨਾਲ ਲੜਨ ਬਾਰੇ ਨਹੀਂ ਹੈ। ਪਿਟਸਕਰ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਇਹ ਗੱਲ ਕਹੀ, ਜਨਤਕ ਸੁਰੱਖਿਆ ਤੇ ਸਾਡੇ ਨਾਲ ਕੰਮ ਕਰਨ ਲਈ ਕਦਮ ਚੁੱਕਣ ਦੀ ਬਜਾਏ ਟਰੰਪ ਪ੍ਰਸ਼ਾਸਨ ਇਲੀਨੋਇਸ ਵਾਸੀਆਂ ਨੂੰ ਡਰਾਉਣ ਤੇ ਕੇਂਦਰਿਤ ਹੈ। US ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਨੇ ਸ਼ਿਕਾਗੋ ਵਿੱਚ ਇੱਕ ਆਈਸ ਕਾਰ ਦੀ ਇੱਕ ਫੋਟੋ ਪੋਸਟ ਕੀਤੀ, ਪਰ ਕੋਈ ਮਿਸ਼ਨ ਵੇਰਵਾ ਨਹੀਂ ਦਿੱਤਾ। ਇਸ ਉੱਤੇ ਪਿਟਸਕਰ ਅਤੇ ਸ਼ਿਕਾਗੋ ਦੇ ਮੇਅਰ ਬ੍ਰੈਡਨ ਜੌਨਸਨ ਦੋਵਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਯਾਨੀ ਕਿ ਬਿਨਾਂ ਮੇਅਰ ਨੂੰ ਸੂਚਿਤ ਕੀਤੇ ਡੋਨਾਲਡ ਟਰੰਪ ਜਿਹੜੇ ਨੇ, ਉਹਨਾਂ ਦੇ ਏਜੰਟਸ ਜਿਹੜੇ ਨੇ, ਉਹ ਲਗਾਤਾਰ ਇਹ ਕਾਰਵਾਈ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਨਿਵਾਸੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਨ ਲਈ ਸ਼ਹਿਰ ਦੀ ਵੈਬਸਾਈਟ ਤੇ ਜਾਣ ਦੀ ਅਪੀਲ ਕੀਤੀ ਹੈ। ਸੋ ਟਰੰਪ ਸ਼ਿਕਾਗੋ ਵਿੱਚ ਸੰਘੀ ਫੌਜ ਭੇਜਣ ਦੀ ਧਮਕੀ ਵੀ ਦੇ ਰਹੇ ਨੇ। ਸੋ ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਦੇਸ਼ ਨਿਕਾਲੇ ਦੀ ਖੁਸ਼ਬੂ ਬਹੁਤ ਪਸੰਦ ਹੈ। ਇੱਕ ਮੀਮ ਜਿਹੜਾ ਸੀਗਾ ਉਹ ਸ਼ੇਅਰ ਕੀਤਾ ਗਿਆ ਸੀ, ਜਿਸ ਕੈਪਸ਼ਨ ਵਿੱਚ ਉਹਨਾਂ ਲਿਖਿਆ ਕਿ ਮੈਨੂੰ ਸਵੇਰ ਦੀ ਦੇਸ਼ ਨਿਕਾਲੇ ਦੀ ਖੁਸ਼ਬੂ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਗ੍ਰਾਂਟ ਪਾਰਕ ਅਤੇ ਮਿਸ਼ੀਗਨ ਐਵੇਨਿਊ ਦੇ ਨਾਲ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ऐसा बिल्कुल नहीं है कि ट्रंप का विरोध प्रदर्शन नहीं हो रहा। इस समय अमेरिका विच लोग ट्रंप दे नवीं नीतियां के खिलाफ प्रदर्शन कर रहे हैं। ट्रंप ने शिकागो दे विच भी हफ्ते के अंत में 6 कतलों और 12 गोलीबारी वाल इशारा करते हुए कहा कि पिट्सकर नूं मदद मंगनी चाहिए सी। ट्रंप ने कहा असीं तेजी नाल अगे वध सकते हाँ और इस पागलपन नूं रोक सकते हाँ। सो ट्रंप जिहड़े ने लगातार अपनी कार्रवाई कर रहे हैं और इस वेले बिल्कुल भी किसी गल का ध्यान नहीं दे रहे। इस अलावा तुहानूं ये दस्सां कि उन्हां दे समर्थन च सुप्रीम कोर्ट भी हुण आ चुकी है। सुप्रीम कोर्ट ने देश निकाले नूं समर्थन दे के इस सख्त इमीग्रेशन नूं उन्हां ने समर्थन दे के डोनाल्ड ट्रंप की इस कार्रवाई नूं होर भी ज़्यादा मजबूत कर दिता है। इस अलावा कुछ सुप्रीम कोर्ट इस हक विच नहीं ने, उन्होंने इसका समर्थन नहीं किया होया देश निकाले नूं लैके। पहला कोर्ट वालों रोक भी लगाई गई सी कि देश निकाला एक गैर कानूनी है, पर हुण जो नवी अपडेट सामने आ रही है उस विच ये कहा जा रहा है कि सुप्रीम कोर्ट ने इसनूं समर्थन दे दिता है। सो तुहानूं दस्सां कि लोकां यानी कि कैलीफोर्निया दे विच लोकां नूं उन्हां दी नस्ल जां भाषा के आधार ते देश निकाले लई निशाना बनाउंदे होए छापेमारी करने की आग्ञा दी गई है। एक फैसले में इसकी उदारवादी जज ने कहा है कि लैटिनो किसी भी समय जब्त किए जाने योग खेड बनाते हैं
ਅਦਾਲਤ ਨੇ ਨਿਆਂ ਵਿਭਾਗ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਕਿ ਜੱਜ ਦੇ ਉਸ ਹੁਕਮ ਨੂੰ ਰੋਕਿਆ ਜਾਵੇ ਜਿਸ ਵਿੱਚ ਏਜੰਟਾਂ ਨੂੰ ਲੋਕਾਂ ਨੂੰ ਵਾਜਬ ਸ਼ੱਕ ਤੋਂ ਬਿਨਾਂ ਰੋਕਣ ਜਾਂ ਹਿਰਾਸਤ ਵਿੱਚ ਲੈਣ ਦੀ ਰੋਕਿਆ ਗਿਆ ਸੀ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਹਨ, ਨਸਲ ਜਾਂ ਜਾਤੀ ਦੇ ਆਧਾਰ ਤੇ, ਜਾਂ ਕਿ ਉਹ ਸਪੈਨਿਸ਼ ਜਾਂ ਅੰਗਰੇਜ਼ੀ ਲਹਿਜੇ ਨਾਲ ਬੋਲਦੇ ਹਨ, ਹੋਰ ਕਾਰਕਾਂ ਦੇ ਨਾਲ। ਸੋ ਇੱਕ ਡੈਮੋਕ੍ਰੈਟਿਕ ਹਨ ਗਵਰਨਰ ਗੈਵਿਨ ਨਿਊਸਮ, ਕੈਲੀਫੋਰਨੀਆ ਦੇ ਗਵਰਨਰ ਹਨ। ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਡੋਨਲਡ ਟਰੰਪ ਜਿਹੜੇ ਨੇ ਇੱਕ ਵਾਰ ਫਿਰ ਤੋਂ ਸਖਤੀ ਕਰ ਰਹੇ ਨੇ, ਕਿਉਂਕਿ ਰੂਸ ਨੂੰ ਲੈ ਕੇ ਡੋਨਲਡ ਟਰੰਪ ਕਾਫੀ ਜ਼ਿਆਦਾ ਨਿਰਾਸ਼ ਹੋ ਚੁੱਕੇ ਨੇ ਔਰ ਭਾਰਤ ਨਾਲ ਵੀ ਅਮਰੀਕਾ ਦੀ ਯਾਨੀ ਕਿ ਡੋਨਲਡ ਟਰੰਪ ਦੀ ਇਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ। ਡੋਨਲਡ ਟਰੰਪ ਨੇ ਪਹਿਲਾਂ ਕਿਹਾ ਸੀਗਾ ਕਿ ਭਾਰਤ ਜਿਹੜਾ ਹੈ ਰੂਸ ਤੋਂ ਤੇਲ ਨਾ ਖਰੀਦੇ, ਪਰ ਭਾਰਤ ਨੇ ਇਸ ਗੱਲ ਨੂੰ ਨਹੀਂ ਮੰਨਿਆ। ਇਸ ਕਰਕੇ ਭਾਰਤ ਉੱਤੇ 25% ਹੋਰ ਟੈਰਿਫ ਲਗਾਇਆ ਗਿਆ ਔਰ ਇਸ ਕਰਕੇ ਭਾਰਤ ਉੱਤੇ ਹੁਣ ਟੋਟਲ 50% ਟੈਰਿਫ ਲਗਾਇਆ ਜਾ ਰਿਹਾ ਹੈ। ਇੱਕ ਪਾਸੇ ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਅਸੀਂ ਰੂਸ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕਰਨਾ ਹੈ ਔਰ ਦੂਸਰੇ ਪਾਸੇ ਤੁਹਾਨੂੰ ਇਹ ਦੱਸਣਾ ਕਿ ਡੋਨਲਡ ਟਰੰਪ ਯਾਨੀ ਅਮਰੀਕਾ ਖੁਦ ਰੂਸ ਤੋਂ ਅੰਡੇ ਖਰੀਦ ਰਿਹਾ। ਹੁਣ ਇਹ ਕਿਸ ਪਾਸੇ ਦੀ ਗੱਲ ਹੋਈ? ਇੱਕ ਪਾਸੇ ਤਾਂ ਅਮਰੀਕਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ, ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਅਮਰੀਕਾ ਵਿੱਚ ਇੱਕ ਸਮਾਂ ਆਇਆ ਸੀ ਬਰਡ ਫਲੂ ਹੋ ਚੁੱਕਿਆ ਸੀ। ਇਸ ਕਰਕੇ ਇਸ ਖਤਰੇ ਦੀ ਕੜੀ ਵਿੱਚ ਅਮਰੀਕਾ ਨੇ ਬਹੁਤ ਸਾਰੇ ਦੇਸ਼ਾਂ ਤੋਂ ਅੰਡੇ ਲਏ, ਈਵਨ ਕਿ ਭਾਰਤ ਤੋਂ ਵੀ 8 ਕਰੋੜ ਦੇ ਅੰਡੇ ਮੰਗਵਾਏ ਗਏ। ਪਰ ਜੁਲਾਈ ਮਹੀਨੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਵਿੱਚ ਰੂਸ ਤੋਂ 4 ਕਰੋੜ ਦੇ ਅੰਡੇ ਲਏ ਗਏ। ਹੁਣ ਇਹ ਕਿੱਥੇ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਕਮਜ਼ੋਰ ਹੋ ਰਹੀ ਹੈ ਜਾਂ ਫਿਰ ਬਹੁਤ ਮਜ਼ਬੂਤ ਹੋ ਰਹੀ ਹੈ? ਇਹ ਬਹੁਤ ਵੱਡਾ ਸਵਾਲ ਹੈ ਕਿ ਅਗਰ ਅਮਰੀਕਾ ਭਾਰਤ ਨੂੰ ਇਸ ਚੀਜ਼ ਲਈ ਰੋਕ ਰਿਹਾ ਹੈ ਤੇ ਅਮਰੀਕਾ ਖੁਦ ਕਿੱਥੇ ਸਟੈਂਡ ਕਰ ਰਿਹਾ ਹੈ, ਕਿਉਂਕਿ ਜੁਲਾਈ ਮਹੀਨੇ ਵਿੱਚ ਕਿਹੜਾ ਯੁੱਧ ਨਹੀਂ ਰੁਕਿਆ ਸੀ। ਇਹ ਯੁੱਧ ਤਾਂ 2 ਸਾਲ ਤੋਂ ਚੱਲ ਰਿਹਾ ਹੈ, ਪਰ ਇਸ ਯੁੱਧ ਦੇ ਵਿੱਚ ਹੀ ਡੋਨਲਡ ਟਰੰਪ ਨੇ ਉਦੋਂ ਇਹ ਨਹੀਂ ਸੋਚਿਆ ਕਿ ਅਗਰ ਉਹ ਅੰਡੇ ਲੈ ਕੇ ਉਹਨਾਂ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਗੇ ਤੇ ਫਿਰ ਕੀ ਹੋ ਜਾਏਗਾ। ਪਰ ਭਾਰਤ ਅਗਰ ਰੂਸ ਤੋਂ ਤੇਲ ਖਰੀਦ ਰਿਹਾ ਤੇ ਭਾਰਤ ਅਰਥ ਵਿਵਸਥਾ ਨੂੰ ਉਹਨਾਂ ਦੀ ਮਜ਼ਬੂਤ ਕਰ ਰਿਹਾ ਹੈ। ਸੋ ਇਹ ਤਾਂ ਵੱਖਰੀ ਗੱਲ ਹੈ ਕਿ ਅਮਰੀਕਾ ਖੁਦ ਦਾ ਤੇਲ ਲੈ ਰਿਹਾ। ਇਹੀ ਦੋਸ਼ ਭਾਰਤ ਨੇ ਵੀ ਲਗਾਇਆ ਕਿ ਬਹੁਤ ਸਾਰੇ ਦੇਸ਼ ਇਵਨ ਕਿ ਅਮਰੀਕਾ ਵੀ ਰੂਸ ਤੋਂ ਬਹੁਤ ਸਾਰਾ ਸਮਾਨ ਖਰੀਦਦਾ ਤੇ ਤੇਲ ਵੀ ਖਰੀਦਦਾ ਹੈ, ਪਰ ਉਹ ਭਾਰਤ ਨੂੰ ਕਿਉਂ ਰੋਕ ਰਿਹਾ ਇਹ ਸਮਝ ਨਹੀਂ ਆ ਰਿਹਾ। ਹੁਣ ਦੁਬਾਰਾ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਜਿਹੜਾ ਹੈ ਰੂਸ ਤੇ ਨਵੀਆਂ ਪਾਬੰਦੀਆਂ ਲਾਉਣ ਦੀ ਧਮਕੀ ਦੇ ਦਿੱਤੀ ਹੈ। ਪਹਿਲਾਂ ਵੀ ਧਮਕੀਆਂ ਲਗਾਈਆਂ ਗਈਆਂ, ਪਰ ਹੁਣ ਇਹ ਫੇਰ ਕਿਹਾ ਜਾ ਰਿਹਾ ਹੈ ਕਿ ਰੂਸ ਤੇ ਹੋਰ ਧਮਕੀ ਜਿਹੜੀ ਹੈ ਹੋਰ ਪਾਬੰਦੀ ਲਗਾਈ ਜਾਏਗੀ। ਟਰੰਪ ਨੇ ਕਿਹਾ ਹੈ ਕਿ ਰੂਸ ਤੇ ਪਾਬੰਦੀਆਂ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਟਰੰਪ ਦੇ ਇਸ ਬਿਆਨ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਉਹ ਹੁਣ ਯੂਕਰੇਨ ਜੰਗ ਬਾਰੇ ਸਖਤ ਸਟੈਂਡ ਲੈ ਸਕਦੇ ਹਨ। ਯਕੀਨਨ ਤੌਰ ਤੇ ਕਿ ਟਰੰਪ ਜਿਹੜੇ ਨੇ ਰੂਸ ਯੂਕਰੇਨ ਦਾ ਯੁੱਧ ਰੁਕਵਾਉਣਾ ਚਾਹੁੰਦੇ ਨੇ, ਪਰ ਇਸ ਲਈ ਉਹ ਬਾਕੀ ਦੇਸ਼ਾਂ ਤੇ ਦਬਾਅ ਪਾ ਰਹੇ ਨੇ, ਪਰ ਖੁਦ ਇਸ ਉੱਤੇ ਅਮਲ ਨਹੀਂ ਕਰ ਰਹੇ। ਇਸ ਦੌਰਾਨ ਅਮਰੀਕੀ ਵਿੱਤ ਮੰਤਰੀ ਸਕਾਟ ਬੇਸਰ ਨੇ ਕਿਹਾ ਹੈ ਕਿ ਜੇਕਰ ਵਾਸ਼ਿੰਗਟਨ ਅਤੇ ਯੂਰਪੀ ਯੂਨੀਅਨ ਰੂਸ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਹੋਰ ਸੈਕੰਡਰੀ ਪਾਬੰਦੀਆਂ ਲਾਉਂਦੇ ਹਨ ਤਾਂ ਇਸ ਨਾਲ ਰੂਸੀ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਢਹਿ ਕੀਤਾ ਜਾ ਸਕਦਾ ਹੈ ਜਾਂ ਉਹ ਢਹਿ ਹੋ ਸਕਦੀ ਹੈ। ਬੇਸਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ JD ਵੈਂਸ ਨੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਨ ਨਾਲ ਸਾਰਥਕ ਗੱਲਬਾਤ ਕੀਤੀ ਸੀ। ਇਸ ਦੌਰਾਨ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਰੂਸ ਤੇ ਹੋਰ ਦਬਾਅ ਪਾਉਣ ਦੇ ਸੰਭਾਵਿਤ ਉਪਾਵਾਂ ਤੇ ਚਰਚਾ ਹੋਈ। ਟਰੰਪ ਪ੍ਰਸ਼ਾਸਨ ਨੇ ਰੂਸ ਤੋਂ ਤੇਲ ਖਰੀਦਣ ਲਈ ਪਹਿਲਾਂ ਤੋਂ ਲਾਏ ਗਏ 25% ਟੈਰਿਫ ਤੋਂ ਇਲਾਵਾ ਭਾਰਤ ਤੇ 25% ਵਾਧੂ ਟੈਰਿਫ ਲਗਾਇਆ। ਇਸ ਤਰ੍ਹਾਂ ਨਵੀਂ ਦਿੱਲੀ ਤੇ ਕੁੱਲ ਹੁਣ 50% ਟੈਰਿਫ ਹੋ ਗਿਆ, ਜੋ ਕਿ 27 ਅਗਸਤ ਤੋਂ ਲਾਗੂ ਹੋ ਚੁੱਕਿਆ ਹੋਇਆ। ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਰੂਸ ਤੇ ਦਬਾਅ ਵਧਾਉਣ ਦੇ ਲਈ ਤਿਆਰ ਹੈ, ਪਰ ਇਸ ਲਈ ਸਾਨੂੰ ਆਪਣੇ ਯੂਰਪੀ ਭਾਈਵਾਲਾਂ ਦੇ ਸਮਰਥਨ ਦੀ ਲੋੜ ਹੈ ਔਰ ਅਗਰ ਯੂਰੋਪੀਅਨ ਦੇਸ਼ ਵੀ ਉਹਨਾਂ ਦੇਸ਼ਾਂ ਤੇ ਟੈਰਿਫ ਲਗਾ ਦੇਣਗੇ, ਸੈਕੰਡਰੀ ਟੈਰਿਫ ਲਗਾ ਦੇਣਗੇ ਜਾਂ ਟੈਰਿਫ ਨੂੰ ਵਧਾ ਦੇਣਗੇ ਤੇ ਇਸ ਵਿੱਚ ਭਾਰਤ ਵੀ ਸ਼ਾਮਲ ਹੋਏਗਾ, ਕਿਉਂਕਿ ਭਾਰਤ ਇਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ। ਅਗਰ ਯੂਰੋਪੀਅਨ ਦੇਸ਼ਾਂ ਨੇ ਭਾਰਤ ਤੇ ਟੈਰਿਫ ਲਗਾਇਆ ਤੇ ਕਿਤੇ ਨਾ ਕਿਤੇ ਭਾਰਤ ਦੀ ਅਰਥ ਵਿਵਸਥਾ ਤੇ ਵੀ ਇਸ ਦਾ ਵੱਡਾ ਅਸਰ ਪਏਗਾ। ਰੂਸ ਤੇ ਤਾਂ ਪਏਗਾ, ਪਰ ਬਾਕੀ ਦੇਸ਼ਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਯੂਕਰੇਨ ਵਿੱਚ ਚੱਲ ਰਹੀ ਜੰਗ ਵਿੱਚ ਰੂਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਇਹ ਬਾਰ-ਬਾਰ ਕਿਹਾ ਜਾ ਰਿਹਾ ਹੈ। ਇਹਨਾਂ ਅਧਿਕਾਰੀਆਂ ਵਿੱਚ ਬੇਸਨ ਅਤੇ ਵਣਜ ਸਲਾਹਕਾਰ ਪੀਟਰ ਨਵਾਰੋ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤ ਨੇ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਨੂੰ ਅਨੁਚਿਤ ਅਤੇ ਗੈਰ ਵਾਜਿਬ ਦੱਸਿਆ। ਭਾਰਤ ਦਾ ਕਹਿਣਾ ਹੈ ਕਿ ਉਸ ਦੀਆਂ ਊਰਜਾ ਜ਼ਰੂਰਤਾਂ ਰਾਸ਼ਟਰੀ ਹਿੱਤ ਅਤੇ ਬਾਜ਼ਾਰ ਦੀਆਂ ਸਥਿਤੀਆਂ ਤੇ ਆਧਾਰਿਤ ਹਨ, ਨਾ ਕਿ ਇਸ ਉੱਤੇ ਆਧਾਰਿਤ ਹਨ ਕਿ ਟਰੰਪ ਕੀ ਕਹਿ ਰਹੇ ਨੇ ਔਰ ਅਮਰੀਕਾ ਵੱਲੋਂ ਕੀ ਕਰਨਾ ਚਾਹੀਦਾ ਹੈ। ਕਿਉਂਕਿ ਅਗਰ ਇਹ ਚੀਜ਼ ਨਹੀਂ ਕੀਤੀ ਜਾਂਦੀ ਤੇ ਇਸ ਨਾਲ ਬਾਜ਼ਾਰ ਦੀਆਂ ਸਥਿਤੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਔਰ ਰਾਸ਼ਟਰੀ ਹਿੱਤ ਜਿਹੜੀ ਊਰਜਾ ਜ਼ਰੂਰਤਾਂ ਜਿਹੜੀਆਂ ਨੇ ਉਸ ਵਿੱਚ ਵੀ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਇਸ ਨਾਲ ਭਾਰਤ ਦੀ ਅਰਥ ਵਿਵਸਥਾ ਤੇ ਇੱਕ ਵੱਡਾ ਅਸਰ ਪਏਗਾ ਤੇ ਉਹ ਹਿਲ ਵੀ ਸਕਦੀ ਹੈ। ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਜੋ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਔਰ ਬਿਆਨਬਾਜ਼ੀ ਤੋਂ ਬਿਲਕੁਲ ਗੁਰੇਜ਼ ਨਹੀਂ ਕਰ ਰਹੇ, ਉਹਨਾਂ ਦੇ ਬਿਆਨ ਅੱਜਕੱਲ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਰਹੇ ਨੇ। ਕਦੀ ਉਹ ਰੂਸ ਨੂੰ ਲੈ ਕੇ, ਕਦੀ ਭਾਰਤ ਨੂੰ ਲੈ ਕੇ ਲਗਾਤਾਰ ਬਿਆਨ ਦੇ ਰਹੇ ਨੇ ਔਰ ਭਾਰਤ ਨੂੰ ਬਾਰ-ਬਾਰ ਚੇਤਾਵਨੀਆਂ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ। ਜਿੱਥੇ ਟਰੰਪ ਭਾਰਤ ਨੂੰ ਬਹੁਤ ਖਾਸ ਦੱਸ ਰਹੇ ਨੇ, ਉੱਥੇ ਨਵਾਰੋ ਹਰ ਰੋਜ਼ ਹਮਲਾਵਰ ਬਿਆਨਬਾਜ਼ੀ ਕਰ ਰਹੇ ਨੇ। ਉਧਰ ਹੀ ਉਹਨਾਂ ਨੇ ਧਮਕੀ ਦਿੱਤੀ ਕਿ ਭਾਰਤ ਨੂੰ ਅਮਰੀਕਾ ਨਾਲ ਵਪਾਰਕ ਗੱਲਬਾਤ ਵਿੱਚ ਜਲਦੀ ਤੋਂ ਜਲਦੀ ਕਿਸੇ ਨਤੀਜੇ ਤੇ ਪਹੁੰਚਣਾ ਪਵੇਗਾ, ਨਹੀਂ ਤਾਂ ਇਹ ਦਿੱਲੀ ਲਈ ਚੰਗਾ ਨਹੀਂ ਹੋਵੇਗਾ। ਸੋ ਨਵਾਰੋ ਨੇ ਇੱਕ ਇੰਟਰਵਿਊ ਵਿੱਚ ਇਹ ਕਿਹਾ ਕਿ ਭਾਰਤ ਸਰਕਾਰ ਮਹਾਰਾਜਾ ਟੈਰਿਫ ਲਗਾ ਕੇ ਸਾਨੂੰ ਗੁੱਸਾ ਕਰ ਰਹੀ ਹੈ। ਇਹ ਸੱਚ ਹੈ ਕਿ ਭਾਰਤ ਨੇ ਸਾਡੇ ਤੇ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਟੈਰਿਫ ਲਗਾਏ ਹਨ। ਸਾਨੂੰ ਉਹਨਾਂ ਨਾਲ ਨਜਿੱਠਣਾ ਪਵੇਗਾ। ਇੱਕ ਪੋਸਟ ਵਿੱਚ ਨਵਾਰੋ ਨੇ ਰੂਸ ਦੇ ਤੇਲ ਨੂੰ ਖੂਨ ਨਾਲ ਰੰਗੇ ਖੂਨ ਦੇ ਪੈਸੇ ਦੱਸਿਆ ਅਤੇ ਕਿਹਾ ਕਿ ਯੂਕਰੇਨ ਯੁੱਧ ਤੋਂ ਪਹਿਲਾਂ ਭਾਰਤ ਰੂਸ ਤੋਂ ਬਹੁਤ ਘੱਟ ਮਾਤਰਾ ਵਿੱਚ ਤੇਲ ਖਰੀਦਦਾ ਸੀ, ਪਰ ਇਹ ਬਾਅਦ ਵਿੱਚ ਹੋਰ ਵੀ ਜ਼ਿਆਦਾ ਖਰੀਦਿਆ ਜਾਣ ਲੱਗਾ। ਸੋ ਉਹਨਾਂ ਨੇ ਕਿਹਾ ਹੈ ਕਿ ਭਾਰਤ ਨੂੰ ਲਗਾਤਾਰ ਗੱਲ ਕਰਨੀ ਚਾਹੀਦੀ ਹੈ, ਗੱਲਬਾਤ ਦੀ ਬੇਸ ਤੇ ਆਉਣਾ ਚਾਹੀਦਾ, ਨਹੀਂ ਤਾਂ ਇਹ ਚੰਗਾ ਨਹੀਂ ਹੋਵੇਗਾ। ਸੋ ਪੀਟਰ ਨਵਾਰੋ ਨੇ ਫਿਰ ਇਹ ਅੱਗ ਭੜਕਾ ਦਿੱਤੀ ਹੈ, ਜਿਸ ਕਰਕੇ ਭਾਰਤ ਰੂਸ ਦੋਸਤੀ ਤੋਂ ਉਹ ਨਾਰਾਜ਼ ਨਜ਼ਰ ਆ ਰਹੇ ਨੇ ਕਿ ਭਾਰਤ ਰੂਸ ਦੀ ਦੋਸਤੀ ਕਿਉਂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਭਾਰਤ ਜਿਹੜੀ ਹੈ ਉਹ ਰੂਸ ਤੇ ਚੀਨ ਦੇ ਹੱਥਾਂ ਵਿੱਚ ਚਲਾ ਗਿਆ ਹੈ। ਸੋ ਉਹਨਾਂ ਦਾ ਇਹ ਬਿਆਨ ਕਿ ਭਾਰਤ ਨੇ ਪਹਿਲਾਂ ਕਦੀ ਇੰਨਾ ਤੇਲ ਨਹੀਂ ਖਰੀਦਿਆ, ਪਰ ਜਦੋਂ ਤੋਂ ਯੁੱਧ ਸ਼ੁਰੂ ਹੋਇਆ ਉਸ ਤੋਂ ਬਾਅਦ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਇੱਕ ਤੱਥ ਹੈ ਕਿ ਯੂਕਰੇਨ ਤੇ ਰੂਸੀ ਹਮਲੇ ਤੋਂ ਪਹਿਲਾਂ ਭਾਰਤ ਨੇ ਵੱਡੀ ਮਾਤਰਾ ਵਿੱਚ ਤੇਲ ਨਹੀਂ ਖਰੀਦਿਆ ਸੀ। ਉਹ ਬਾਰ-ਬਾਰ ਇਹ ਗੱਲ ਕਰ ਰਹੇ ਨੇ ਕਿ ਇਹ ਖੂਨ ਪਸੀਨਾ ਹੈ ਅਤੇ ਲੋਕ ਮਰ ਰਹੇ ਹਨ। ਸੋ ਪਿਛਲੇ ਹਫਤੇ ਇੱਕ ਪੋਸਟ ਵਿੱਚ ਉਹਨਾਂ ਨੇ ਦੋਸ਼ ਵੀ ਲਗਾਇਆ ਸੀ ਕਿ ਭਾਰਤ ਦੁਆਰਾ ਲਗਾਏ ਗਏ ਉੱਚ ਟੈਰਿਫਾਂ ਕਾਰਨ ਅਮਰੀਕਾ ਵਿੱਚ ਨੌਕਰੀਆਂ ਖਤਮ ਹੋ ਰਹੀਆਂ ਹਨ। ਭਾਰਤ ਸ਼ੁੱਧ ਮੁਨਾਫੇ ਲਈ ਰੂਸ ਤੋਂ ਤੇਲ ਖਰੀਦ ਰਿਹਾ ਹੈ, ਜਿਸ ਪੈਸੇ ਤੋਂ ਰੂਸ ਦੀ ਜੰਗੀ ਮਸ਼ੀਨ ਨੂੰ ਬਾਲਣ ਮਿਲ ਰਿਹਾ ਹੈ। ਯੂਕਰੇਨੀ ਅਤੇ ਰੂਸੀ ਲੋਕ ਮਾਰੇ ਜਾ ਰਹੇ ਹਨ। ਅਮਰੀਕੀ ਟੈਕਸਦਾਤਾਵਾਂ ਨੂੰ ਵਧੇਰੇ ਟੈਕਸ ਦੇਣਾ ਪੈਂਦਾ ਹੈ। ਭਾਰਤ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦਾ। ਐਸੇ ਬਿਆਨ ਤੋਂ ਬਾਅਦ ਲਗਾਤਾਰ ਅੱਗ ਭੜਕਾਈ ਜਾ ਰਹੀ ਹੈ। ਉਹਨਾਂ ਦੇ ਬਿਆਨ ਜਿਹੜੇ ਨੇ ਭਾਰਤ ਨੂੰ ਵੀ ਉਕਸਾ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਐਲਨ ਮਸਕ ਨੂੰ ਵੀ ਨਿਸ਼ਾਨਾ ਬਣਾ ਦਿੱਤਾ। ਐਲਨ ਮਸਕ ਜੋ ਪਹਿਲਾਂ ਖੱਬਾ ਹੱਥ ਮੰਨੇ ਜਾਂਦੇ ਸੀ ਡੋਨਾਲਡ ਟਰੰਪ ਦਾ ਔਰ ਬਹੁਤ ਚੰਗੇ ਦੋਸਤ ਸੀ, ਅੱਜ ਉਹਨਾਂ ਤੋਂ ਕਾਫੀ ਜ਼ਿਆਦਾ ਦੂਰ ਚਲੇ ਗਏ ਨੇ ਜਾਂ ਵੱਖ ਹੋ ਚੁੱਕੇ ਨੇ। ਨਵਾਰੋ ਦੀ ਪੋਸਟ ਤੇ ਇੱਕ ਕਮਿਊਨਿਟੀ ਨੋਟ ਪਾਇਆ ਗਿਆ ਤਾਂ ਉਸਨੇ ਐਲਨ ਮਸਕ ਤੇ ਹਮਲਾ ਕੀਤਾ ਅਤੇ ਉਸਤੇ ਲੋਕਾਂ ਦੀਆਂ ਪੋਸਟਾਂ ਵਿੱਚ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਐਕਸ ਨੇ ਕਿਹਾ ਹੈ ਕਿ ਕਮਿਊਨਿਟੀ ਨੋਟ ਇੱਕ ਭੀੜ ਸਰੋਤ ਪ੍ਰੋਗਰਾਮ ਹੈ, ਜਿੱਥੇ ਐਕਸ ਉਪਭੋਗਤਾ ਤੱਥ ਜਾਂਚ ਅਤੇ ਤੱਥਾਂ ਰਾਹੀਂ ਕਿਸੇ ਵੀ ਗੁੰਮਰਾਹਕੁਨ ਪੋਸਟ ਨੂੰ ਰੱਦ ਕਰ ਸਕਦੇ ਹਨ। ਇਹ ਕਣਕ ਨੂੰ ਤੂੜੀ ਤੋਂ ਵੱਖ ਕਰਦਾ ਹੈ ਅਤੇ ਲੋਕਾਂ ਤੱਕ ਇੱਕ ਪਾਸੜ ਜਾਣਕਾਰੀ ਪਹੁੰਚਣ ਦੇ ਜੋਖਮ ਨੂੰ ਘਟਾਉਂਦਾ ਹੈ। ਸੋ ਜੋ ਨਵਾਰੋ ਨੇ ਉਹ ਲਗਾਤਾਰ ਆਪਣੇ ਇਸ ਬਿਆਨ ਨੂੰ ਦੇ ਰਹੇ ਨੇ, ਪਰ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਇਹ ਦੇਖਣਾ ਹੋਏਗਾ, ਕਿਉਂਕਿ ਅਗਰ ਅਮਰੀਕਾ ਵੱਲੋਂ ਦੁਬਾਰਾ ਤੋਂ ਟੈਰਿਫ ਨੂੰ ਸਖਤੀ ਕਰ ਦਿੱਤਾ ਜਾਂਦਾ ਹੈ ਜਾਂ ਦੁਬਾਰਾ ਟੈਰਿਫ ਲਗਾ ਦਿੱਤੇ ਜਾਂਦੇ ਨੇ ਤੇ ਭਾਰਤ ਲਈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਮੁਸ਼ਕਿਲ ਹੋ ਸਕਦੀ ਹੈ। ਇੱਕ ਪਾਸੇ ਟਰੰਪ ਜਿਹੜੇ ਨੇ ਭਾਰਤ ਨਾਲ ਇਸ ਤਰੀਕੇ ਦਾ ਵਿਵਹਾਰ ਕਰ ਰਹੇ ਨੇ, ਦੂਸਰੇ ਪਾਸੇ ਟਰੰਪ ਦਾ ਇਹ ਬਿਆਨ ਸਾਹਮਣੇ ਆਉਂਦਾ ਕਿ ਉਹਨਾਂ ਦੀ ਦੋਸਤੀ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਚੰਗੀ ਹੈ ਤੇ ਹਮੇਸ਼ਾ ਦੋਸਤ ਰਹਿਣਗੇ, ਬਹੁਤ ਚੰਗਾ ਉਹਨਾਂ ਦਾ ਦੋਸਤਾਨਾ ਹੈ। ਪਰ ਕਿਸੇ ਤਰੀਕੇ ਨਾਲ ਦੋਸਤਾਨਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦੋਨਾਂ ਦੇਸ਼ਾਂ ਵਿੱਚ ਲਗਾਤਾਰ ਤਣਾਅ ਹੀ ਵੱਧ ਰਿਹਾ ਹੈ, ਇੱਕ ਘਟਦਾ ਹੋਇਆ ਵੀ ਨਜ਼ਰ ਨਹੀਂ ਆ ਰਿਹਾ ਹੈ। ਸੋ ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਅਮਰੀਕਾ ਤੇ ਭਾਰਤ ਨੂੰ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ, ਇੱਕ ਹੱਲ ਕੱਢਣਾ ਚਾਹੀਦਾ ਹੈ, ਪਰ ਇਹ ਹੱਲ ਕਿਸੇ ਵੀ ਤਰੀਕੇ ਨਾਲ ਨਿਕਲਦਾ ਹੋਇਆ ਵੀ ਨਜ਼ਰ ਨਹੀਂ ਆ ਰਿਹਾ। ਸਿਆਸੀ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਵਿੱਚ ਕੁਝ ਖਾਸ ਅਪਡੇਟਸ ਹੋਰ ਅਪਡੇਟਸ ਨਾਲ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।